Good morning to all of you. Today we are going to start with the ninth unit of the syllabus, that is semiconductors, and in this video we'll be doing the introduction about semiconductors. So let us start with the semiconductors. So you have studied in the lower classes that we have different type of materials. Broadly we classify them as conductors or insulators. So they are divided on the basis of their conductivity. The materials that conduct electricity ਉਹਨਾਂ ਨੂੰ ਅਸੀਂ ਕੰਡਕਟਰ ਕਹਿੰਦੇ ਆ ਤੇ ਉਹ ਮਟੀਰੀਅਲ ਜਿਹੜੇ ਇਲੈਕਟ੍ਰਿਸਿਟੀ ਨੂੰ ਕੰਡਕਟ ਨਹੀਂ ਕਰਦੇ ਦੇ ਆਰ ਕਾਲਡ ਇਨਸੂਲੇਟਰਸ। ਠੀਕ ਹੈ, ਬਟ ਇਹਨਾਂ ਦੋਨਾਂ ਦੇ ਵਿੱਚ ਇੱਕ ਕੈਟੇਗਰੀ ਆਉਂਦੀ ਹੈ ਜਿਹਨੂੰ ਅਸੀਂ ਸੈਮੀ ਕੰਡਕਟਰਸ ਕਹਿੰਦੇ ਆ, ਜਿਨ੍ਹਾਂ ਬਾਰੇ ਅਸੀਂ ਹੁਣ ਤੱਕ ਨਹੀਂ ਪੜ੍ਹਿਆ। ਠੀਕ ਹੈ, ਸੋ ਸੈਮੀ ਕੰਡਕਟਰ ਇੱਕ ਇਹੋ ਜਿਹਾ ਮਟੀਰੀਅਲ ਹੁੰਦਾ ਹੈ that behaves like insulator as well as it shows some conducting properties also depending upon ਕਿ different conditions ਦੇ ਅੰਦਰ ਉਹ different ਤਰ੍ਹਾਂ ਦੀਆਂ properties ਜਿਹੜੀਆਂ ਨੇ ਉਹ show ਕਰਦੇ ਨੇ। At certain times they are typical insulators, but at other times they behave like conductors. They can conduct current or electricity। ਠੀਕ ਹੈ, ਸੋ ਇਹਨਾਂ ਦੇ ਵਿੱਚ ਅਸੀਂ ਜਿਹੜਾ ਇਲੈਕਟ੍ਰੋਨਸ ਦਾ ਫਲੋ ਹੈ, ਕਰੰਟ ਦਾ ਫਲੋ ਹੈ, ਉਹਨੂੰ ਕੰਟਰੋਲ ਵੀ ਕਰ ਸਕਦੇ ਹਾਂ। ਦੇ ਆਰ ਵੈਰੀ ਯੂਜ਼ਫੁਲ ਡਿਵਾਈਸਿਸ in day to day time। So next ਜਿੱਥੋਂ ਅਸੀਂ ਸੈਮੀ ਕੰਡਕਟਰਸ ਨੂੰ ਸਟਾਰਟ ਕਰਾਂਗੇ ਉਹ ਹੈ ਬੈਂਡ ਥਿਊਰੀ ਆਫ ਸੋਲਿਡਸ। ਠੀਕ ਹੈ, ਹੁਣ ਸੋਲਿਡਸ ਜਦੋਂ ਬਣਦੇ ਨੇ, ਠੀਕ ਹੈ, ਤਾਂ ਕਿਵੇਂ ਅਸੀਂ ਕੰਡਕਟਰਸ, ਇਨਸੂਲੇਟਰਸ ਔਰ ਸੈਮੀ ਕੰਡਕਟਰਸ ਨੂੰ ਡਿਫਰੈਂਸ਼ੀਏਟ ਕਰਦੇ ਹਾਂ ਔਨ ਦ ਬੇਸਿਸ ਆਫ ਬੈਂਡ ਥਿਊਰੀ। ਠੀਕ ਹੈ, ਸੋ ਬੈਂਡ ਥਿਊਰੀ ਦੇ ਵਿੱਚ ਅਸੀਂ ਐਨਰਜੀ ਬੈਂਡਸ ਨੂੰ ਸਮਝਣ ਦੇ ਵਾਸਤੇ ਸਪੋਜ਼ ਇੱਕ ਸਿਲੀਕਨ ਦਾ ਕ੍ਰਿਸਟਲ ਵੀ ਕੰਸੀਡਰ। Silicon crystal, it is made up of n atoms. Okay, so silicon, you know the electronic configuration of silicon 1s2, 2s2, 2p6, 3s2, 3p6. Okay, so in every atom there are 2 electrons in the 3s shell and 2 in the 3p shell. Okay, now here we assume that different atoms, they are placed firstly very apart from each other and we are varying their distance। ठीक है, we are decreasing the distance। ਅਸੀਂ ਉਹਨਾਂ ਨੂੰ ਉਹਨਾਂ ਦੀ ਇੰਟਰ ਐਟੋਮਿਕ ਸਪੇਸਿੰਗ ਤੇ ਉੱਪਰ ਲਿਆ ਕੇ ਜਿਹੜਾ ਹੈਗਾ ਉਹਨੂੰ ਪੁਆਇੰਟ ਕਰ ਰੱਖਣਾ ਹੈ ਉਸ ਜਗ੍ਹਾ ਤੇ, ਉਹਨੂੰ ਇੰਟਰ ਐਟੋਮਿਕ ਸਪੇਸਿੰਗ ਤੇ। ਸੋ ਅਸੀਂ ਉਹਨਾਂ ਦੀ ਜਿਹੜੀ ਸਪੇਸਿੰਗ ਹੈ ਉਹਨੂੰ ਚੇਂਜ ਕਰ ਸਕਦੇ ਹਾਂ। ਠੀਕ ਹੈ, ਸੋ ਜਦੋਂ ਅਸੀਂ ਇਹ ਕਰ ਰਹੇ ਹਾਂ, ਠੀਕ ਹੈ, ਵੀ ਆਰ ਐਜ਼ਿਊਮਿੰਗ, ਠੀਕ ਹੈ, ਅਸੀਂ ਜਿਹੜੇ ਹੈਗੇ ਨੇ ਐਨਰਜੀ ਲੈਵਲਸ ਜਿਹੜੇ ਨੇ ਉਹ ਸੇਮ ਨੇ ਜਿਵੇਂ ਕਿ ਆਈਸੋਲੇਟਿਡ ਐਟਮਸ ਦੇ ਹੁੰਦੇ ਨੇ। ਠੀਕ ਹੈ, ਫॉर ਲਾਰਜ ਇੰਟਰ ਐਟੋਮਿਕ ਸਪੇਸਿੰਗ ਡੀ। ਠੀਕ ਹੈ, ਸੋ ਸਿਲੀਕਨ ਕ੍ਰਿਸਟਲ ਦੇ ਵਿੱਚ 3s ਤੇ 3p ਨੇ, ਦੋਨਾਂ ਦੇ ਵਿੱਚ 2 ਇਲੈਕਟ੍ਰੋਨਸ ਨੇ। ਠੀਕ ਹੈ, ਸੋ ਜੇ n ਐਟਮਸ ਹੋਣਗੇ, ਹਰ ਐਟਮ ਦੇ ਵਿੱਚ 2 ਇਲੈਕਟ੍ਰੋਨ s ਲੈਵਲਸ ਨੇ। ਠੀਕ ਹੈ, ਸੋ ਇਹਦਾ ਮਤਲਬ 3s ਲੈਵਲਸ ਕਿੰਨੇ ਇਲੈਕਟ੍ਰੋਨਸ ਹੋ ਗਏ 2n, ਤੇ 3p ਦੇ ਵਿੱਚ ਵੀ ਹਰ ਐਟਮ ਤੇ 2 ਨੇ, ਸੋ ਟੋਟਲ 2n ਇਲੈਕਟ੍ਰੋਨਸ ਹੋ ਗਏ 3p ਲੈਵਲ ਦੇ ਵਿੱਚ। ਠੀਕ ਹੈ, ਸੋ ਐਸ ਸ਼ੈਲ ਦੇ ਵਿੱਚ 2 ਹੀ ਇਲੈਕਟ੍ਰੋਨਸ ਆ ਸਕਦੇ ਨੇ, ਸੋ ਐਸ ਸ਼ੈਲ ਜਿਹੜੀ ਉਹ ਫਿਲਡ ਹੈ। ਠੀਕ ਹੈ, ਸੋ ਸਾਰੀਆਂ 2n ਇਲੈਕਟ੍ਰੋਨਸ ਦੀਆਂ 3s ਸ਼ੈਲਸ ਜਿਹੜੀਆਂ ਨੇ ਉਹ ਫਿਲਡ ਨੇ, ਵਾਈਲ p ਦੇ ਵਿੱਚ ਜਿਹੜੇ 6 ਆ ਸਕਦੇ ਹੁੰਦੇ ਨੇ। ਠੀਕ ਹੈ, ਬਟ ਉਹਦੇ ਚੋਂ ਸਿਰਫ 2 ਫਿਲਡ ਨੇ, ਸੋ 2n ਲੈਵਲਸ ਫਿਲਡ ਨੇ, ਬਾਕੀ ਜਿਹੜੇ 4n ਲੈਵਲਸ ਨੇ ਉਹ ਖਾਲੀ। ਠੀਕ ਹੈ, so here you can see energy band formation है solids का। ठीक है, so this diagram is very important। ठीक है, so you can see here कि ਜਿਹੜੇ 2s 1s2 2s2 2p6 ਲੈਵਲ ਫਿਲਡ ਨੇ, ਸੋ ਉਹਨਾਂ ਨੂੰ ਇੱਥੇ ਨੀਚੇ ਸ਼ੋ ਕੀਤਾ ਹੋਇਆ। ਠੀਕ ਹੈ, ਉਹ ਇਨਰ ਕੋਰ ਨੇ, ਇਨਰ ਸ਼ੈਲਸ ਨੇ। ਵੇਲੈਂਟ ਸ਼ੈਲ ਜਿਹੜੀ ਉਹ 3s3p ਹੈ, ਥਰਡ ਸ਼ੈਲ ਜਿਹੜੀ ਉਹ ਆਊਟਰ ਸ਼ੈਲ ਹੈ। ਠੀਕ ਹੈ, ਸੋ 3s ਜਿਹੜੀ ਹੈਗੀ ਹੈ 3s। ਨਾਓ ਦਿਸ ਇਜ਼ ਇੰਪੋਰਟੈਂਟ, ਇੱਕ ਐਟਮ ਦੇ ਵਿੱਚ 2 ਸਟੇਟਸ ਨੇ, 3s ਦੇ ਵਿੱਚ 2 ਇਲੈਕਟ੍ਰੋਨਸ ਆ ਸਕਦੇ ਨੇ। ਅਸੀਂ n ਐਟਮਸ ਦੀ ਗੱਲ ਕਰ ਰਹੇ ਹਾਂ, ਸੋ 2n ਸਟੇਟਸ ਨੇ, ਉਹਨਾਂ ਦੇ ਵਿੱਚ 2n ਇਲੈਕਟ੍ਰੋਨਸ ਭਰੇ ਹੋਏ ਨੇ s ਲੈਵਲ ਦੇ ਵਿੱਚ। ਠੀਕ ਹੈ, ਤੇ s ਲੈਵਲ ਇਜ਼ ਲੋਅਰ ਇਨ ਐਨਰਜੀ, ਉਹਦੇ ਉੱਪਰ p ਲੈਵਲ ਆਉਂਦਾ ਜਿਹਦੇ 6n ਸਟੇਟਸ ਨੇ, ਬਟ ਉਹਦੇ ਵਿੱਚੋਂ 2n ਇਲੈਕਟ੍ਰੋਨਸ ਜਿਹੜੇ ਨੇ ਉਹ ਭਰੇ ਹੋਏ ਨੇ, ਬਾਕੀ 4n ਸਟੇਟਸ ਜਿਹੜੀਆਂ ਨੇ ਉਹ ਖਾਲੀ ਨੇ। ਠੀਕ ਹੈ, ਵੀ ਆਰ ਟਾਕਿੰਗ ਆਫ ਇੱਥੇ ਸਾਡਾ ਜਿਹੜਾ ਹੈਗਾ डिस्टेंस है, इधर एक्स एक्सिस के अलोंग साडी इंटर एटॉमिक स्पेसिंग है। ठीक है, तो इधर नूं जिहड़ी साडी है वो एनर्जी है। ठीक है, सो जदों एक एटम एक जगह ते पिया होया, दूजा एटम उहदे तो बहुत दूर पिया होया, इन दैट केस डिस्क्रीट लैवल्स ने, सो सारे दे सारे जिहड़ियां स्टेट्स ने
मतलब इन ऑल द एटम्स टोटल स्टेट्स ਜਿਹੜੀਆਂ ਉਹਨਾਂ ਨੂੰ ਇਸ ਤਰ੍ਹਾਂ ਨਾਲ ਅਸੀਂ ਰਿਪਰੈਜ਼ੈਂਟ ਕਰਦੇ ਹਾਂ। ਨੈਕਸਟ ਵੀ ਵਿਲ ਬੀ ਸੀਇੰਗ ਕਿ ਕਿਵੇਂ ਅਸੀਂ ਜਦੋਂ ਨੇੜੇ ਆਈ ਜਾਵਾਂਗੇ, ਠੀਕ ਹੈ। ਸੋ ਐਜ਼ ਵੀ ਕਮ ਕਲੋਜ਼ਰ ਕੀ ਹੋਈ ਜਾਂਦਾ, ਇਹ ਜਿਹੜੀ 3s ਲੈਵਲ ਹੈ ਦੇਖੋ ਇੱਥੋਂ ਤੱਕ ਇਹ ਇਸ ਤਰ੍ਹਾਂ ਹੀ ਰਹਿੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਨੇੜੇ ਆ ਰਹੇ ਹਾਂ, ਇੱਕ ਦੂਜੇ ਦੀਆਂ ਇੰਟਰੈਕਸ਼ਨਸ ਹੁੰਦੀਆਂ ਨੇ ਐਟਮਸ ਦੀਆਂ, ਉਹਦੇ ਨਾਲ ਕੀ ਹੁੰਦਾ ਕਿ ਐਸ ਲੈਵਲਸ ਦੀ એનર્ਜੀ ਜਿਹੜੀ ਹੈ ਘਟਣੀ ਵੀ ਸ਼ੁਰੂ ਹੋ ਜਾਂਦੀ ਹੈ ਤੇ ਵਧਣੀ ਵੀ। ਐਸ ਲੈਵਲ ਜਿਹੜੇ ਸਪਲਿਟ ਹੋਣੇ ਸ਼ੁਰੂ ਹੋ ਜਾਂਦੇ ਨੇ। ਸਿਮਿਲਰਲੀ ਪੀ ਲੈਵਲ ਜਿਹੜੇ ਨੇ ਉਹ ਸਪਲਿਟ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਦੇ ਸਟਾਰਟ ਸਪਲਿਟਿੰਗ ਫਰੋਮ ਹੇਅਰ, ਇਸ ਪੁਆਇੰਟ ਤੋਂ ਆ ਕੇ ਉਹ ਸਪਲਿਟ ਹੋਣਾ ਸ਼ੁਰੂ ਕਰਦੇ ਨੇ। ਜੇ ਉਹਨੂੰ ਹੋਰ ਨੇੜੇ ਲਿਆ ਕੇ ਰੱਖ ਰਹੇ ਹਾਂ, ਹੋਰ ਨੇੜੇ ਲੈ ਕੇ ਆ ਰਹੇ ਹਾਂ, ਠੀਕ ਹੈ। ਸੋ ਕੀ ਹੋ ਰਿਹਾ ਕਿ ਉਹ ਜਿਹੜੇ ਨੇ ਪੀ ਲੈਵਲਸ ਦੀ એનર્ਜੀ ਘਟਦੀ ਜਾਂਦੀ ਹੈ, ਇਸ ਲੈਵਲਸ ਦੀ ਵੱਧਦੀ ਜਾਂਦੀ ਹੈ ਤੇ ਇੱਕ ਪਾਰਟਿਕੂਲਰ ਪੁਆਇੰਟ ਤੇ ਆ ਕੇ ਉਹ ਆਪਸ ਦੇ ਵਿੱਚ ਕੀ ਹੋ ਜਾਂਦੇ ਨੇ, ਮਿਕਸ ਹੋ ਜਾਂਦੇ ਨੇ, ठीक है। 6 स्टेट्स ऊपर वालियाँ और 2 स्टेट्स नीचे वालियाँ, टोटल 8 स्टेट्स मिक्स पॉइंट पे यू कैन सी कि कोई उन्ना फर्क नहीं रह जाता, देयर इज नो डिमार्केशन बिटवीन द टू, ठीक है। ऑल द 8 स्टेट्स दे आर कंटिन्यूअस इन एनर्जी, बट साडी इंटरएटॉमिक स्पेसिंग तो इत्थे भी नहीं है, वी कम मोर क्लोजर। सो असीं इस एटम नूं होर नेड़े लैके आउंदे हां, सो इत्थे आके मिक्स हो गए। उस तो जदों असीं उहनूं होर नेड़े लैके आए तां की होया, ਜਿਹੜੇ 8 ਇਨ ਸਟੇਟ ਸੀਗੀਆਂ, ਠੀਕ ਹੈ, ਉਹ ਇਸ ਤਰ੍ਹਾਂ ਨਾਲ ਸਪਲਿਟਸ ਹੋ ਗਈਆਂ ਕਿ ਉਹਨਾਂ ਦੇ ਵਿੱਚੋਂ ਜਿਹੜੇ ਭਰੇ ਹੋਏ ਫੋਰਨ ਲੈਵਲਸ ਨੇ ਉਹ ਨੀਚੇ ਆ ਗਏ ਤੇ ਜਿਹੜੇ ਐਮਟੀ ਲੈਵਲਸ ਨੇ ਉਹ ਉੱਪਰ ਚਲੇ ਗਏ ਤੇ ਉਹਨਾਂ ਦੇ ਵਿੱਚ ਇੱਕ એનર્ਜੀ ਦਾ ਡਿਫਰੈਂਸ ਆ ਗਿਆ। the filled levels they are lower in energy and unfilled levels or empty levels they are higher in energy, ठीक है। सो ਉਹਨਾਂ ਦੇ ਵਿੱਚ ਇੱਕ ਡਿਫਰੈਂਸ ਆਫ એનર્ਜੀ ਵੀ ਆ ਗਿਆ, ਠੀਕ ਹੈ, ਜਿਹਨੂੰ ਕਿ ਅਸੀਂ એનર્ਜੀ ਗੈਪ ਬੋਲਦੇ ਹਾਂ, which is very important in a semiconductor, okay। ਸੋ ਇਹ ਜਿਹੜੀ ਚੀਜ਼ ਹੈ ਨੂੰ ਅਸੀਂ ਅੱਗੇ ਪੜ੍ਹਦੇ ਹਾਂ। so this is how we explain the things। so if the interatomic spacing is decreased, that is we move from right to left, ਜਿਵੇਂ ਅਸੀਂ diagram ਦੇ ਵਿੱਚ ਦੇਖਿਆ ਸੀ, ਠੀਕ ਹੈ। so there is increase in interaction between the neighboring atoms, so due to increase in interaction their energy changes, ठीक है। so ਇਹ ਦੱਸਿਆ ਹੋਇਆ ਕਿ atomic wave functions overlap ਕਰ ਜਾਂਦੇ ਨੇ। so simply we have to know ਕਿ their energy changes, ਠੀਕ ਹੈ। so ਲੈਵਲਸ ਜਿਹੜੇ ਨੇ ਉਹਨਾਂ ਦੇ ਵਿੱਚ ਡਿਫਰੈਂਸ ਸਮੋਲ ਹੁੰਦਾ ਕਿਉਂਕਿ ਬਹੁਤ ਸਾਰੇ n ਲੈਵਲਸ ਇਕੱਠੇ ਨੇ, n ਐਟਮਸ ਇਕੱਠੇ ਨੇ, ਠੀਕ ਹੈ। ਸੋ ਉਹ ਜਿਹੜੀ એનર્ਜੀ ਆ ਉਹ ਸਪਰੈਡ ਹੋ ਜਾਂਦੀ ਇਨ ਦਾ ਫਾਰਮ ਆਫ ਬੈਂਡ, ਠੀਕ ਹੈ। ਸੋ ਜਿਹੜੇ 2ns ਲੈਵਲਸ ਨੇ ਉਹ ਵੀ ਸਪਰੈਡ ਕਰ ਜਾਂਦੇ ਨੇ ਐਂਡ 2n ਸਟੇਟਸ ਜਿਹੜੀਆਂ ਪੀ ਲੈਵਲ ਦੀਆਂ ਨੇ ਉਹਦੇ 'ਚੋਂ 2n ਫਿਲਡ ਨੇ, 4n ਖਾਲੀ ਨੇ 6n ਦੇ ਵਿੱਚੋਂ, ਠੀਕ ਹੈ। ਦੇ ਆਲਸੋ ਸਪਰੈਡ ਟੂ ਫਾਰਮ ਬੈਂਡ, ਠੀਕ ਹੈ। ਸੋ ਜਿਹੜੇ ਅਲੱਗ-ਅਲੱਗ ਡਿਸਕ੍ਰੀਟ ਲੈਵਲ ਸੀ ਜਿਵੇਂ ਅਸੀਂ ਡਾਇਗਰਾਮ ਦੇ ਵਿੱਚ ਦੇਖੇ ਸੀਗੇ ਇੱਥੇ, ਠੀਕ ਹੈ, ਕਿ ਡਿਸਕ੍ਰੀਟ ਲੈਵਲ all the n states, 6n states they have same energy, ਇੱਥੇ 2n states ਦੀ same energy, but as we move closer, ਠੀਕ, ਸੋ ਇਹਨਾਂ ਦੀਆਂ ਆਪਸ ਦੇ ਵਿੱਚ ਇੰਟਰੈਕਸ਼ਨਸ ਦੇ ਕਾਰਨ ਇਹ ਜਿਹੜੀ એનર્ਜੀ ਹੈ ਉਹ ਇੱਕ ਰੇਂਜ ਦੇ ਵਿੱਚ ਸਪਲਿਟ ਹੋ ਜਾਂਦੀ ਹੈ। ਸੋ ਇੰਸਟੈਡ ਆਫ ਡਿਸਕ੍ਰੀਟ ਲੈਵਲ ਇੱਕ ਬੈਂਡ ਬਣ ਜਾਂਦਾ, એનર્ਜੀ ਲੋਅਰ ਤੋਂ ਲੈ ਕੇ ਹਾਇਰ ਤੱਕ ਇਸ ਲੈਵਲਸ ਦੀ ਹੈ, ਸਿਮਿਲਰਲੀ ਪੀ ਲੈਵਲਸ ਦੀ। ਅਸੀਂ ਹੋਰ ਅੱਗੇ ਆਈ ਜਾਂਦੇ ਹਾਂ, ਇਹ ਡਿਫਰੈਂਸ ਜਿਹੜਾ ਇੰਨਾ ਜ਼ਿਆਦਾ ਹੋ ਜਾਂਦਾ ਐਸ ਤੇ ਪੀ ਦਾ ਡਿਫਰੈਂਸ ਹੀ ਖਤਮ ਹੋ ਜਾਂਦਾ, ਠੀਕ ਹੈ। ਸੋ ਐਸ ਔਰ ਪੀ ਜਿਹੜਾ ਉਹ ਇੱਕ ਕੰਟੀਨਿਊਸ ਲੈਵਲ ਬਣ ਜਾਂਦਾ, ਬਟ ਅਸੀਂ ਉਸ ਤੋਂ ਵੀ ਕਲੋਜ਼ ਹੋਣਾ, ਇੱਥੇ ਸਾਡੀ ਇੰਟਰਐਟੋਮਿਕ ਸੈਪਰੇਸ਼ਨ ਹੈ, ਠੀਕ ਹੈ। ਸੋ ਜਦੋਂ ਅਸੀਂ ਐਟਮ ਨੂੰ ਇਸ ਜਗ੍ਹਾ ਤੇ ਲਿਆ ਕੇ ਰੱਖ ਦਿੰਦੇ ਹਾਂ ਤਾਂ ਕੀ ਹੁੰਦਾ, ਇਹ ਜਿਹੜੇ ਸਾਡੇ 8 ਲੈਵਲਸ ਨੇ, ਠੀਕ ਹੈ, 8 ਸਟੇਟਸ ਨੇ ਸਾਡੀਆਂ, ਉਹ ਸਪਲਿਟ ਅਪ ਹੋ ਜਾਂਦੀਆਂ ਨੇ। 4n ਫਿਲਡ ਲੈਵਲਸ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਨੇ ਤੇ 4n ਐਮਟੀ ਲੈਵਲਸ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਨੇ, ਠੀਕ ਹੈ। ਸੋ 4n ਆਰ ਫਿਲਡ ਸਟੇਟਸ ਐਂਡ 4n ਐਮਟੀ ਲੈਵਲਸ, ਠੀਕ ਹੈ। ਉਹਨਾਂ ਦੇ ਵਿੱਚ ਇੱਕ એનર્ਜੀ ਦਾ ਡਿਫਰੈਂਸ ਆ ਜਾਂਦਾ ਜਿਹਨੂੰ ਅਸੀਂ એનર્ਜੀ ਗੈਪ ਕਹਿੰਦੇ ਹਾਂ। ਸੋ ਦਿਸ ਇਜ਼ ਇੰਪੋਰਟੈਂਟ, ਦਿਸ ਇਜ਼ ਮੇਨ ਟੂ ਅੰਡਰਸਟੈਂਡ। ਇਹ ਜਿਹੜੇ ਫਿਲਡ ਲੈਵਲਸ ਨੇ ਸਾਰੇ, ਠੀਕ ਹੈ, ਇਹਨਾਂ ਨੂੰ ਅਸੀਂ ਵੈਲੈਂਸ ਬੈਂਡ ਕਹਿ ਦਿੰਦੇ ਹਾਂ। all the empty levels they are known as conduction band, ਤੇ ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਆਫ એનર્ਜੀ ਹੈ that is called energy gap, okay। so this is very important formation of, ਇਹ ਸਾਰੇ ਹੀ solids ਦੇ ਵਿੱਚ ਹੁੰਦਾ। we are taking the particular example of silicon, ਠੀਕ ਹੈ। ਸੋ ਅਸੀਂ ਸਿਲੀਕਨ 'ਚ ਐਕਸਪਲੇਨ ਕਰ ਰਹੇ ਹਾਂ ਬਿਕੋਜ਼ ਸਿਲੀਕਨ ਇਜ਼ ਅ ਸੈਮੀਕੰਡਕਟਰ, ਜਿਹਦੇ ਬਾਰੇ ਅਸੀਂ ਪੜ੍ਹਨਾ, ਠੀਕ ਹੈ। ਸੋ ਇਹ ਸੈਮੀਕੰਡਕਟਰਸ ਜਿਹੜੇ ਨੇ ਮਤਲਬ ਇਹ ਹਰ ਸੋਲਿਡ ਦੇ ਵਿੱਚ ਹੈ, ਠੀਕ ਹੈ। ਇਹ ਬੈਂਡਸ ਬਣ ਜਾਂਦੇ ਨੇ, ਵੈਲੈਂਸ ਬੈਂਡ ਹੈ, ਕੰਡਕਸ਼ਨ ਬੈਂਡ ਹੈ। ਹੁਣ ਇਹਨਾਂ ਦੇ ਵਿੱਚ એનર્ਜੀ ਕਿੰਨਾ ਹੈ ਉਹਦੇ ਤੋਂ ਅਸੀਂ ਉਹਦੀਆਂ ਕੈਟੇਗਰੀਜ਼ ਡਿਫਾਈਨ ਕਰਦੇ ਹਾਂ, ਠੀਕ ਹੈ, ਕਿ ਉਹ ਜਿਹੜਾ ਹੈਗਾ ਕੰਡਕਟਰ ਹੈ, ਇੰਸੂਲੇਟਰ ਹੈ ਜਾਂ ਸੈਮੀ ਕੰਡਕਟਰ ਹੈ।
ठीक है। बट बिफोर दैट लेट अस सी द डेफिनेशन। सो हेयर वी सी द सेम थिंग, ठीक है, ਉਹੀ ਐਕਸਪਲੇਨੇਸ਼ਨ ਦਿੱਤਾ ਹੋਇਆ, ਠੀਕ ਹੈ। ਪਹਿਲੇ ਇਹ ਕਿਵੇਂ ਅਸੀਂ ਜਿਹੜਾ ਹੈਗਾ ਜਦੋਂ ਉਹਨਾਂ ਨੂੰ ਨੇੜੇ ਲੈ ਕੇ ਆਉਂਦੇ ਹਾਂ, ਠੀਕ ਹੈ, ਤਾਂ 6 ਲੈਵਲਸ 2 ਲੈਵਲਸ ਆਪਸ ਵਿੱਚ ਮਰਜ ਕਰ ਜਾਂਦੇ ਨੇ, ਬੈਂਡਸ ਜਿਹੜੇ ਹੁੰਦੇ ਨੇ ਉਹ ਮਰਜ ਕਰ ਜਾਂਦੇ ਨੇ, ਠੀਕ ਹੈ। ਸੋ ਓਵਰਆਲ 18 ਲੈਵਲਸ ਦਾ ਇੱਕ ਹੋਲ ਜਿਹੜਾ ਸਟਰਕਚਰ ਹੈ ਉਹ ਸਾਡੇ ਕੋਲ ਆ ਜਾਂਦਾ ਹੈ, ਠੀਕ ਹੈ। ਸੋ ਜਦੋਂ ਅਸੀਂ ਇੰਟਰ ਐਟੋਮਿਕ ਸਪੇਸਿੰਗ ਤੇ ਪਹੁੰਚ ਜਾਂਦੇ ਹਾਂ, ਠੀਕ ਹੈ, ਤਾਂ ਉਹਦੇ ਵਿੱਚ ਜਿਹੜੇ ਨੇ 4 ਵੈਲੈਂਸ ਇਲੈਕਟ੍ਰੋਨਸ ਜਿਹੜੇ ਹੁੰਦੇ ਨੇ ਉਹਦੇ ਵਾਲੇ ਜਿਹੜੇ ਫੋਰਨ ਲੈਵਲਸ ਨੇ ਉਹ ਸੈਪਰੇਟ ਆਊਟ ਹੋ ਜਾਂਦੇ ਨੇ, ਠੀਕ ਹੈ। ਸੋ ਉਹ ਜਿਹੜੇ ਲੈਵਲਸ ਨੇ, ਠੀਕ ਹੈ, ਉਹ ਜਿਹੜਾ ਬੈਂਡ ਹੈ ਜਿਹਦੇ ਵਿੱਚ ਜਿਹੜੇ ਇਲੈਕਟ੍ਰੋਨਸ ਨੇ 4 ਇਲੈਕਟ੍ਰੋਨਸ ਹਰ ਐਟਮ ਦੇ ਔਰ ਕ੍ਰਿਸਟਲ ਦੇ ਫੋਰਨ ਇਲੈਕਟ੍ਰੋਨਸ ਪਏ ਹੋਏ ਨੇ, ਦੈਟ ਇਜ਼ ਕਾਲਡ ਦਾ ਵੈਲੈਂਸ ਬੈਂਡ, ਠੀਕ ਹੈ। ਸੋ ਉਹਨਾਂ ਨੂੰ ਅਸੀਂ ਵੈਲੈਂਸ ਬੈਂਡ ਕਹਿੰਦੇ ਆ, ਠੀਕ ਹੈ। ਉੱਪਰ ਵਾਲੇ ਬੈਂਡ ਜਿਹੜੇ ਖਾਲੀ ਨੇ, ਠੀਕ, ਅਨਫਿਲਡ ਔਰ ਐਮਪਟੀ ਬੈਂਡ ਹੈ, ਠੀਕ ਹੈ, ਦੇ ਆਰ ਨੋਨ ਐਜ਼ ਕੰਡਕਸ਼ਨ ਬੈਂਡ, ਠੀਕ ਹੈ। ਤੇ ਵੈਲੈਂਸ ਬੈਂਡ ਤੇ ਕੰਡਕਸ਼ਨ ਬੈਂਡ ਦੇ ਵਿੱਚ ਇੱਕ ਜਿਹੜਾ ਹੈਗਾ gap of energy है, that is called energy gap, forbidden energy gap, ठीक है। so depending upon के energy gap कितना है, there are 3 possible structures, they are called insulators, semi, so this is how we define them in the terms of energy gap, ठीक है। as you can see the diagram, ठीक है। so ਅਸੀਂ 3 categories ਸਾਡੇ ਕੋਲ ਬਣਦੀਆਂ ਨੇ, conductors, insulators and semiconductors, ठीक है। सो कंडक्टर्स ਦੇ ਵਿੱਚ ਇਨ ਕੰਡਕਟਰਸ ਯੂ ਕੈਨ ਸੀ ਦ ਰਾਈਟ ਮੋਸਟ ਸੀ ਵਾਲਾ ਜਿਹੜਾ ਉਹ ਕੰਡਕਟਰ ਹੈ ਸਾਡਾ, ਠੀਕ ਹੈ। ਸੋ ਕੰਡਕਟਰ ਦੇ ਵਿੱਚ ਕੀ ਹੈ, ਮੈਟਲਸ ਔਰ ਕੰਡਕਟਰਸ ਦੇ ਆਰ ਕਾਲਡ ਵੈਲੈਂਸ ਬੈਂਡ, ਪੂਰੀ ਤਰ੍ਹਾਂ ਮਤਲਬ ਇਹ ਜਿਹੜੇ ਗ੍ਰੀਨ ਵਾਲੇ ਨੇ ਇਹ ਇਨਰ ਬੈਂਡਸ ਨੇ, ਠੀਕ ਹੈ, ਇਨਰ ਸ਼ੈਲਸ ਨੇ, ਠੀਕ ਹੈ। ਔਰ ਇਹ ਜਿਹੜੇ ਨੇ ਇਹ ਆਊਟਰ ਸ਼ੈਲਸ ਨੇ ਜਿਨ੍ਹਾਂ ਦੇ ਬੈਂਡਸ ਬਣੇ ਹੋਏ ਨੇ। ਕੰਡਕਟਰਸ ਦੇ ਵਿੱਚ ਕੀ ਹੁੰਦਾ, ਠੀਕ ਹੈ, ਕੰਡਕਟਰ ਦੇ ਵਿੱਚ ਜਿਹੜਾ ਸਾਡਾ band ਹੁੰਦਾ, it is a conduction band, it is either partially filled or the valence band is partially empty, ठीक है। so the energy gap, there is no energy gap in the metals, valence band है ਤੇ conduction band है ਇੱਕ ਦੂਜੇ ਨਾਲ overlap ਕੀਤੇ ਪਏ, ਠੀਕ ਹੈ। so ਇਹ valence band ਹੈ pink ਵਾਲਾ ਔਰ blue ਵਾਲਾ conduction band ਹੈ, ਇਹਨਾਂ ਦੇ ਵਿੱਚ ਕੋਈ ਵੀ energy difference ਹੈ ਨਹੀਂ, ਠੀਕ ਹੈ। so this is called a conductor, ਇਹਨੂੰ ਅਸੀਂ conductor ਕਹਿ ਦਿੰਦੇ ਹਾਂ, ਠੀਕ ਹੈ। so this is called a conductor. on the other hand insulators ਦੇ ਵਿੱਚ ਇਹ inner shell ਹੋਗੀ, this is valence band, this is conduction band, ਔਰ ਉਹਨਾਂ ਦੇ ਵਿੱਚ ਜਿਹੜਾ band gap ਹੈ, ਠੀਕ ਹੈ, that is very very large, ਠੀਕ ਹੈ। so there is large energy gap, ਜਦੋਂ band gap ਘੱਟ ਹੈ ਤਾਂ valence band ਦੇ electrons easily conduction band 'ਚ ਚਲੇ ਜਾਂਦੇ ਨੇ, ਉਹ electrons ਜਿਹੜੇ conduction band ਦੇ ਵਿੱਚ ਹੁੰਦੇ ਨੇ they are responsible for conductivity in a substance, ठीक है। सो इस करके मैटल्स या कंडक्टर्स ਜਿਹੜੇ ਨੇ ਉਹ ਜ਼ਿਆਦਾ ਕੰਡਕਟ ਕਰਦੇ ਨੇ, ਠੀਕ ਹੈ। ਇਨਸੂਲੇਟਰਸ ਦੇ ਵਿੱਚ ਕਾਫੀ ਡਿਫਰੈਂਸ ਹੁੰਦਾ, ਸੋ देयर आर नो ਇਲੈਕਟ੍ਰੋਨਸ ਇਨ ਕੰਡਕਸ਼ਨ ਬੈਂਡ, ਸੋ ਦੇ ਡੂ ਨਾਟ ਕੰਡਕਟ ਇਲੈਕਟ੍ਰਿਸਿਟੀ, ਠੀਕ ਹੈ। ਬਟ ਸੈਮੀ ਕੰਡਕਟਰਸ ਐਸ ਯੂ ਕੈਨ ਸੀ that comes in between insulators and conductors, ठीक है। so semi conductor ਦੇ ਵਿੱਚ valence band completely filled ਹੈ, ठीक है, ਤੇ conduction band ਖਾਲੀ ਹੈ, ਬਟ ਉਹਨਾਂ ਦੇ ਵਿੱਚ ਇੱਕ એનર્ਜੀ ਗੈਪ ਹੈਗਾ ਹੈ ਜਿਹੜਾ ਕੰਡਕਟਰਸ ਦੇ ਨਾਲੋਂ ਜ਼ਿਆਦਾ ਹੈ ਬਟ ਸੈਮੀ ਕੰਡਕਟਰ ਇਨਸੂਲੇਟਰਸ ਦੇ ਨਾਲੋਂ ਘੱਟ ਹੈ, ਠੀਕ ਹੈ। ਸੋ ਇਲੈਕਟ੍ਰੋਨਸ ਨੇ ਜੇ ਇੱਥੋਂ ਉੱਪਰ ਜੰਪ ਕਰਨਾ ਹੈ, ਠੀਕ ਹੈ, ਤਾਂ ਉਹਨਾਂ ਨੂੰ ਕੁਝ એનર્ਜੀ ਜਿਹੜੀ ਹੈ ਚਾਹੀਦੀ ਹੈ, ਠੀਕ ਹੈ। ਦਿਸ એનર્ਜੀ ਗੈਪ ਬਿਟਵੀਨ ਵੈਲੈਂਸ ਐਂਡ ਕੰਡਕਸ਼ਨ ਬੈਂਡ। ਜੇ ਅਸੀਂ 0 ਕੈਲਵਿਨ ਦੀ ਗੱਲ ਕਰੀਏ ਤਾਂ 0 ਕੈਲਵਿਨ ਤੇ ਇਲੈਕਟ੍ਰੋਨਸ ਦੇ ਕੋਲ ਕੋਈ એનર્ਜੀ ਨਹੀਂ ਹੈਗੀ, ਠੀਕ ਹੈ। ਸੋ 0 ਕੈਲਵਿਨ ਤੋਂ ਉੱਪਰ ਜਿਹੜੇ ਸੈਮੀ ਕੰਡਕਟਰਸ ਹੁੰਦੇ ਨੇ ਦੇ ਆਰ ਪਰਫੈਕਟ ਇਨਸੂਲੇਟਰਸ, ਠੀਕ ਹੈ। ਸੋ 0 ਕੈਲਵਿਨ ਤੇ ਉਹ ਬਿਲਕੁਲ ਇਨਸੂਲੇਟਰਸ ਹੁੰਦੇ ਨੇ, ਪਰ ਜਿਵੇਂ ਅਸੀਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਉਹਨਾਂ ਦੀ ਕੰਡਕਟਿਵਿਟੀ ਵੱਧਦੀ ਜਾਂਦੀ ਹੈ। ਸਮ ਆਫ ਇਲੈਕਟ੍ਰੋਨਸ they move from valence band to conduction band and they are responsible for producing conductivity in the semiconductors. So semiconductors lie between conductors and insulators, okay. So this is how we explain the 3 categories of materials on the basis of their band diagram, energy band diagram, ठीक है। ਇਹਦੇ ਵਿੱਚ ਇੱਕ ਇਹ ਵਾਲੀ ਤੁਸੀਂ ਦੇਖ ਸਕਦੇ ਹੋ, ਇਹ ਵਾਲੀ ਚੇਨ ਟਾਈਪ, ਸੋ ਦਿਸ ਇਜ਼ ਕਾਲਡ ਫਰਮੀ ਲੈਵਲ, ਠੀਕ ਹੈ। ਇਹਨੂੰ ਫਰਮੀ ਲੈਵਲ ਕਹਿੰਦੇ ਹਾਂ ਅਸੀਂ, ਠੀਕ ਹੈ।
सो ਉਹਨੂੰ ਕੀ ਹੁੰਦਾ we'll discuss it later. So next let us see in more detail about semiconductors. ਸੋ ਕੁਝ ਖਾਸ ਪ੍ਰੋਪਰਟੀਜ਼ ਜਿਹੜੀਆਂ ਸੈਮੀਕੰਡਕਟਰਸ ਦੀਆਂ ਨੇ ਉਹ ਕੀ ਨੇ ਕਿ ਸੈਮੀਕੰਡਕਟਰ 0 ਕੈਲਵਿਨ ਦੇ ਉੱਪਰ ਇੱਕ ਇਨਸੂਲੇਟਰ ਹੈ, ਠੀਕ ਹੈ। ਜਿਵੇਂ ਜਿਵੇਂ ਅਸੀਂ ਉਹਦਾ ਟੈਂਪਰੇਚਰ ਇਨਕਰੀਜ਼ ਕਰੀ ਜਾਂਦੇ ਹਾਂ ਇਟ ਬਿਹੇਵਸ ਐਜ਼ ਅ ਕੰਡਕਟਰ, okay, so this is very important. At 0 kelvin semiconductor is a perfect insulator, ਠੀਕ ਹੈ। ਸੋ ਜਿਹੜੀਆਂ ਉਹਦੀਆਂ ਇਲੈਕਟ੍ਰੀਕਲ ਪ੍ਰੋਪਰਟੀਜ਼ ਨੇ, ਜਿਹੜੀ ਚੀਜ਼ ਕਿ ਅਸੀਂ ਉਹਦੀ ਕੰਡਕਟਿਵਿਟੀ ਨੂੰ ਕੰਟਰੋਲ ਕਰ ਸਕਦੇ ਹਾਂ। So with this we can make many a number of semiconductor devices, ठीक है, which can be used for many purposes, ठीक है, like diodes, amplifiers, switches, ठीक है, that you will be doing in the next chapter, ठीक है। So the main thing is that in a semiconductor we can control the conductivity, ठीक है। पावर लॉस बहुत घट ਹੁੰਦਾ ਸੈਮੀਕੰਡਕਟਰਸ ਦੇ ਵਿੱਚ, ਠੀਕ ਹੈ। तो ਜਿਹੜੇ ਮਟੀਰੀਅਲਸ ਜਿਹੜੇ ਵੀ ਡਿਵਾਈਸਿਸ ਸੈਮੀਕੰਡਕਟਰਸ ਨਾਲ ਬਣਦੇ ਨੇ ਦੇ ਆਰ ਵੈਰੀ ਸਮੋਲ ਇਨ ਸਾਈਜ਼ ਐਂਡ ਉਹਨਾਂ ਦਾ weight ਵੀ ਬਹੁਤ ਘੱਟ ਹੁੰਦਾ, ਠੀਕ ਹੈ। ਰੈਜ਼ਿਸਟਿਵਿਟੀ ਜਿਹੜੀ ਹੈ ਦੈਟ ਇਜ਼ ਹਾਇਰ ਦੈਨ ਕੰਡਕਟਰਸ ਨਾਲੋਂ ਉਹਨਾਂ ਦੀ ਰੈਜ਼ਿਸਟੈਂਸ ਜ਼ਿਆਦਾ ਹੁੰਦੀ ਹੈ ਬਟ ਇਨਸੂਲੇਟਰਸ ਨਾਲੋਂ ਘੱਟ ਹੁੰਦੀ ਹੈ। ਐਂਡ ਦਿਸ ਲਾਸਟ ਪ੍ਰੋਪਰਟੀ ਆਫ ਸੈਮੀਕੰਡਕਟਰਸ ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਜਿਵੇਂ ਜਿਵੇਂ ਟੈਂਪਰੇਚਰ ਵੱਧਦਾ ਜਾਂਦਾ ਹੈ ਜਿਹੜੀ ਸੈਮੀਕੰਡਕਟਰਸ ਦੀ ਰੈਜ਼ਿਸਟੈਂਸ ਹੈ ਇਟ ਗੋਜ਼ ਔਨ ਡਿਕਰੀਜ਼, ਠੀਕ ਹੈ। ਸੋ ਅਸੀਂ ਕੰਡਕਟਰਸ ਦੇ ਵਿੱਚ ਸੈਕਿੰਡ ਯੂਨਿਟਸ ਪੜ੍ਹਿਆ ਸੀਗਾ ਕਿ ਟੈਂਪਰੇਚਰ ਵਧਣ ਨਾਲ ਕੰਡਕਟਰਸ ਦੀ ਰੈਜ਼ਿਸਟੈਂਸ ਵੱਧਦੀ ਹੈ, ਠੀਕ ਹੈ, ਬਟ ਆਫ ਸੈਮੀਕੰਡਕਟਰਸ resistance decreases with increase in temperature, okay, so this is the most important property of semiconductors. So next is semiconductors, the classification of semiconductors. How do we classify them? So broadly if we see semiconductors, there are two types: intrinsic semiconductors, extrinsic semiconductors, okay। So intrinsic is the pure form of semiconductors, ठीक है, बट प्योर फॉर्म ਦੇ ਵਿੱਚ ਐਜ਼ ਆਈ ਟੋਲਡ ਯੂ ਕਿ ਉਹਨਾਂ ਦੀ ਕੰਡਕਟਿਵਿਟੀ ਬਹੁਤ ਘੱਟ ਹੁੰਦੀ ਹੈ, ਜਿਵੇਂ ਜਰਮੇਨੀਅਮ, ਸਿਲੀਕਨ ਨੇ ਸੈਮੀਕੰਡਕਟਰਸ ਨੇ, ਠੀਕ ਹੈ। ਸੋ ਇਹਨਾਂ ਦੀ ਕੰਡਕਟਿਵਿਟੀ ਬਹੁਤ ਘੱਟ ਹੁੰਦੀ ਹੈ ਤਾਂ ਉਹਨਾਂ ਦੀ ਕੰਡਕਟਿਵਿਟੀ ਇਨਕਰੀਜ਼ ਕਰਨ ਲਈ ਅਸੀਂ ਉਹਦੇ ਵਿੱਚ ਇੰਪਿਓਰਿਟੀਜ਼ ਐਡ ਕਰਦੇ ਹਾਂ ਤਾਂ ਉਹਦੇ ਨਾਲ ਉਹ ਐਨ ਟਾਈਪ ਸੈਮੀਕੰਡਕਟਰ ਪੀ ਟਾਈਪ ਸੈਮੀਕੰਡਕਟਰਸ ਤੋਂ ਉਹ ਬਣ ਜਾਂਦੇ, ਠੀਕ ਹੈ। ਸੋ ਵਿਲ ਸਟੱਡੀ them in detail. Let us see. ਸੋ ਹੁਣ ਅਸੀਂ ਡਿਟੇਲ ਦੇ ਵਿੱਚ ਦੇਖੀਏ ਕਿ ਜਿਹੜੀਆਂ ਟਾਈਪਸ ਨੇ ਸੈਮੀਕੰਡਕਟਰਸ ਦੇ ਵਿੱਚ ਹੁੰਦਾ ਕੀ ਹੈ ਐਕਚੁਅਲੀ, ਠੀਕ ਹੈ। ਸੋ ਇਹ ਇੱਕ ਸੈਮੀਕੰਡਕਟਰ ਹੈ, ਠੀਕ ਹੈ। ਸੋ ਜਦੋਂ ਅਸੀਂ ਇੰਟਰਿੰਸਿਕ ਸੈਮੀਕੰਡਕਟਰਸ ਦੀ ਗੱਲ ਕਰਦੇ ਹਾਂ, ਆਈ ਟੋਲਡ ਯੂ ਪਿਓਰ ਫਾਰਮ ਆਫ ਸੈਮੀਕੰਡਕਟਰ, ਠੀਕ ਹੈ। ਸੋ ਉਹਦੇ ਵਿੱਚ ਕੀ ਹੁੰਦਾ ਕਿ ਇੰਟਰਿੰਸਿਕ ਸੈਮੀਕੰਡਕਟਰ ਇਜ਼ ਮੇਡ ਅਪ ਆਫ ਅ ਸਿੰਗਲ ਟਾਈਪ ਆਫ ਐਲੀਮੈਂਟ, ਜਿਵੇਂ ਸਿਲੀਕਨ ਹੈ, ਜਰਮੇਨੀਅਮ ਹੈ। ਬੇਸਿਕਲੀ ਇਹ ਜਿਹੜਾ ਸਾਡਾ 14th ਗਰੁੱਪ ਹੈ ਜਿਹਨੂੰ ਅਸੀਂ ਕਾਰਬਨ ਗਰੁੱਪ ਕਹਿੰਦੇ ਹਾਂ, ਜਿਹਦੇ ਵਿੱਚ ਕਾਰਬਨ, ਸਿਲੀਕਨ, ਜਰਮੇਨੀਅਮ, ਟਿਨ, ਲੈਡ, ਫਲੀਬੋਰੀਅਮ ਹੁੰਦੇ ਨੇ, ਠੀਕ ਹੈ। ਸੋ ਇਹ ਜਿਹੜਾ ਸਾਡਾ 14th ਗਰੁੱਪ ਹੈ, ਠੀਕ ਹੈ, IUPAC ਵਿੱਚ ਪੀਰੀਓਡਿਕ ਟੇਬਲ ਦਾ, ਉਹ ਐਲੀਮੈਂਟਸ ਨੂੰ ਅਸੀਂ ਸੈਮੀਕੰਡਕਟਰਸ ਜਿਹੜਾ ਕੈਟੇਗਰਾਈਜ਼ ਕੀਤਾ ਹੋਇਆ, ਠੀਕ ਹੈ। ਸੋ ਇੱਕ ਇਹਨਾਂ ਦੀ ਖਾਸ ਪ੍ਰੋਪਰਟੀ ਕੀ ਹੁੰਦੀ ਹੈ ਕਿ ਦੇ ਆਰ ਆਲ ਟੈਟਰਾਵੇਲੈਂਟ, ਠੀਕ ਹੈ, ਮਤਲਬ ਇਹਨਾਂ ਦੇ ਵਿੱਚ 4 ਵੈਲੈਂਸ ਇਲੈਕਟ੍ਰੋਨਸ ਨੇ, ਠੀਕ ਹੈ। ਸੋ ਜਰਮੇਨੀਅਮ, ਸਿਲੀਕਨ ਜਿਹੜੇ ਮੋਸਟ ਕਾਮਨ ਟਾਈਪ ਆਫ ਪਿਓਰ ਫਾਰਮਸ ਆਫ ਸੈਮੀਕੰਡਕਟਰ ਮਟੀਰੀਅਲਸ ਨੇ ਜਿਨ੍ਹਾਂ ਨੂੰ ਅਸੀਂ ਇੰਟਰਿੰਸਿਕ ਸੈਮੀਕੰਡਕਟਰਸ ਕਹਿੰਦੇ ਹਾਂ। ਸੋ ਇਹਨਾਂ ਦੀ ਖਾਸੀਅਤ ਹੈ ਇਹਨਾਂ ਦੇ ਵਿੱਚ 4 ਵੈਲੈਂਸ ਇਲੈਕਟ੍ਰੋਨਸ ਹੁੰਦੇ ਨੇ, ਠੀਕ ਹੈ। ਤੇ ਇਹ ਜਿਹੜੇ 4 ਵੈਲੈਂਸ ਇਲੈਕਟ੍ਰੋਨਸ ਨੇ ਇਹ ਇੱਕ ਦੂਸਰੇ ਦੇ ਨਾਲ ਕੋਵਲੈਂਟ ਬੌਂਡਸ ਹੁੰਦੇ ਨੇ, ਠੀਕ ਹੈ। ਸੋ ਐਬਸੋਲਿਊਟ ਜ਼ੀਰੋ ਤੇ ਵੇਖੀਏ ਹਰ ਸਿਲੀਕਨ ਦਾ, ਸਿਲੀਕਨ ਦੇ 4 ਐਟਮਸ ਨੇ, ਆਸੇ ਪਾਸੇ ਵਾਲੇ 4 ਐਟਮਸ ਦੇ ਨਾਲ ਆਸੇ ਪਾਸੇ ਵਾਲੇ 4 ਐਟਮਸ ਦੇ ਨਾਲ ਉਹ ਜੁੜੇ ਹੋਏ ਨੇ, ਠੀਕ ਹੈ। ਸੋ ਐਟ 0 ਕੈਲਵਿਨ ਕੋਈ ਵੀ ਫ੍ਰੀ ਇਲੈਕਟ੍ਰੋਨ ਨਹੀਂ ਹੁੰਦਾ, ਠੀਕ ਹੈ। ਸੋ ਅਸੀਂ ਕਹਿੰਦੇ ਹਾਂ ਕਿ ਉਹ ਇਨਸੂਲੇਟਰਸ ਨੇ, ਠੀਕ ਹੈ। ਬਟ ਜਿਵੇਂ ਟੈਂਪਰੇਚਰ ਇਨਕਰੀਜ਼ ਹੁੰਦਾ ਵਿਦ ਇਨਕਰੀਜ਼ ਆਫ ਟੈਂਪਰੇਚਰ ਕੁਛ ਇਲੈਕਟ੍ਰੋਨਸ ਨੂੰ ਇੰਨੀ ਕੁ ਐਨਰਜੀ ਮਿਲ ਜਾਂਦੀ ਹੈ ਕਿ ਉਹ ਆਪਣੀ ਲੈਟਿਸ ਦੇ ਵਿੱਚੋਂ ਬਾਹਰ ਆ ਜਾਂਦੇ ਨੇ, ਠੀਕ ਹੈ। ਸੋ ਇਲੈਕਟ੍ਰੋਨ ਜਿਹੜਾ ਲਾਈਕ ਇੱਥੇ ਇੱਕ ਇਲੈਕਟ੍ਰੋਨ ਸੀਗਾ ਉਹਨੂੰ ਇੰਨੀ ਕੁ ਐਨਰਜੀ ਮਿਲ ਗਈ ਟੈਂਪਰੇਚਰ ਦੇ ਨਾਲ, ਅਸੀਂ ਲਾਸਟ ਕਲਾਸ ਦੇ ਵਿੱਚ ਕੀਤਾ ਹੋਇਆ KT ਐਨਰਜੀ ਹੁੰਦੀ ਹੈ, ਠੀਕ ਹੈ, K ਇਜ਼ ਦਾ ਬੋਲਟਜ਼ਮੈਨ ਕਾਂਸਟੈਂਟ। ਸੋ ਉਹ ਐਨਰਜੀ ਜਦੋਂ ਇਸ ਦਾ ਇਲੈਕਟ੍ਰੋਨ ਨੂੰ ਮਿਲੀ ਤਾਂ ਇਲੈਕਟ੍ਰੋਨ ਬਾਹਰ ਚਲੇ ਗਿਆ, ਆਪਣੇ ਬੌਂਡ ਦੇ ਵਿੱਚੋਂ ਨਿਕਲ ਕੇ ਬਾਹਰ ਚਲੇ ਗਿਆ, ਕ੍ਰਿਸਟਲ ਤੋਂ ਬਾਹਰ ਨਹੀਂ ਗਿਆ, ਠੀਕ ਹੈ। ਨਾਓ ਦਾ ਇਲੈਕਟ੍ਰੋਨ ਇਟ ਮੂਵਸ ਆਊਟ ਆਫ ਇਟਸ ਬੌਂਡ, ਠੀਕ ਹੈ। ਸੋ ਇਲੈਕਟ੍ਰੋਨ ਇੱਥੇ ਚਲੇ ਗਿਆ, ਠੀਕ ਹੈ। ਸੋ ਇਲੈਕਟ੍ਰੋਨ ਕ੍ਰਿਸਟਲ ਦੇ ਅੰਦਰ ਹੀ ਹੈ ਬਟ ਆਪਣੀ ਬੌਂਡ ਚੋਂ ਬਾਹਰ ਨਿਕਲ ਗਿਆ,
ਬੌਂਡ ਦੇ ਵਿੱਚ ਕੀ ਹੋ ਗਿਆ, ਇੱਕ ਖਾਲੀ ਜਗ੍ਹਾ ਕ੍ਰੀਏਟ ਹੋਈ, ਠੀਕ ਹੈ, ਜਿੱਥੇ ਡੈਫੀਸ਼ੀਐਂਸੀ ਆਫ ਇਲੈਕਟ੍ਰੋਨ, ਜਿੱਥੋਂ ਇਲੈਕਟ੍ਰੋਨ ਬਾਹਰ ਨਿਕਲਿਆ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ ਇਨ ਸੈਮੀਕੰਡਕਟਰਸ, ਉਹਨੂੰ ਅਸੀਂ ਕਹਿੰਦੇ ਹਾਂ ਹੋਲ, ਠੀਕ ਹੈ। ਸੋ ਇੱਕ ਇਲੈਕਟ੍ਰੋਨ ਬਣ ਜਾਂਦਾ ਹੈ ਤੇ ਇੱਕ ਹੋਲ ਬਣ ਜਾਂਦੀ ਹੈ। ਜਦੋਂ ਵੀ ਇਲੈਕਟ੍ਰੋਨ ਇੱਕ ਬਾਹਰ ਨਿਕਲੇਗਾ ਬੌਂਡ ਦੇ ਵਿੱਚੋਂ, ਠੀਕ ਹੈ, ਸੋ ਇੱਕ ਇਲੈਕਟ੍ਰੋਨ ਬਣ ਗਿਆ ਤੇ ਉਹਦੇ ਪਿੱਛੇ ਇੱਕ ਖਾਲੀ ਜਗ੍ਹਾ ਹੈ ਜਿਹਨੂੰ ਅਸੀਂ ਹੋਲ ਕਹਿ ਦਿੰਦੇ ਹਾਂ, ਠੀਕ ਹੈ। ਸੋ ਜਿਹੜਾ ਇੱਕ ਪਿਓਰ ਸੈਮੀਕੰਡਕਟਰ ਹੁੰਦਾ, ਜਿੰਨੇ ਇਲੈਕਟ੍ਰੋਨਸ ਬਾਹਰ ਨਿਕਲਣਗੇ ਉਨੀਆਂ ਹੀ ਹੋਲਸ ਬਣਨਗੀਆਂ। ਸੋ ਨੈਗੇਟਿਵ ਤੇ ਪੋਜ਼ਿਟਿਵ ਇਲੈਕਟ੍ਰੋਨਸ ਤੇ ਹੋਲਸ ਦਾ ਜਿਹੜਾ ਨੰਬਰ ਹੈ ਉਹ ਸੇਮ ਹੁੰਦਾ ਹੈ, ਦੇ ਆਰ ਇਕੁਅਲ ਇਨ ਨੰਬਰ ਇਨ ਅ ਪਿਓਰ ਸੈਮੀਕੰਡਕਟਰ, ਠੀਕ ਹੈ। ਸੋ ਜਿਹੜੀ ਉਹਨਾਂ ਦੀ ਕੰਡਕਟਿਵਿਟੀ ਉਹ ਘੱਟ ਹੈ, ਇਹੀ ਜਿਹੜੇ ਥੋੜੇ ਜਿਹੇ ਇਲੈਕਟ੍ਰੋਨ ਤੇ ਹੋਲਸ ਨੇ ਇਹਨਾਂ ਦੇ ਕਰਕੇ ਫਲੋ ਕਰਦਾ। ਹੋਲਸ ਕਿਵੇਂ ਹੁਣ ਕਰਦੀਆਂ ਨੇ, ਲਾਈਕ ਇੱਥੇ ਖਾਲੀ ਜਗ੍ਹਾ ਕ੍ਰੀਏਟ ਹੋਈ ਹੋਲ, ਠੀਕ ਹੈ, ਤਾਂ ਇੱਥੋਂ ਜਿਹੜਾ ਇੱਕ ਇਲੈਕਟ੍ਰੋਨ ਹੈ ਉਹ ਇਹਦੇ ਵਿੱਚ ਆ ਜਾਏਗਾ, ਠੀਕ ਹੈ, ਕਿਉਂਕਿ ਇਹ ਇਲੈਕਟ੍ਰੋਨ ਨੂੰ ਅਟਰੈਕਟ ਕਰੇਗੀ, ਦਿਸ ਇਜ਼ ਐਫੀਸ਼ੀਐਂਸੀ ਆਫ ਇਲੈਕਟ੍ਰੋਨ। ਤਾਂ ਇੱਥੇ ਇਲੈਕਟ੍ਰੋਨ ਆ ਗਿਆ, ਹੋਲ ਇੱਥੇ ਆ ਗਈ, ਬੌਂਡ ਚੋਂ ਨਹੀਂ ਬਾਹਰ ਆਇਆ, ਠੀਕ ਹੈ, ਬਟ ਉਹ ਇੱਕ ਬੌਂਡ ਤੋਂ ਦੂਜੇ ਬੌਂਡ 'ਚ ਮੂਵ ਹੋ ਗਿਆ, ਠੀਕ ਹੈ। ਸੋ ਇੱਥੋਂ ਕੋਈ ਇਲੈਕਟ੍ਰੋਨ ਉਸ ਹੋਲ 'ਚ ਚਲੇ ਗਿਆ, ਤਾਂ ਬੇਸਿਕਲੀ ਕੀ ਹੋ ਰਿਹਾ, ਇਲੈਕਟ੍ਰੋਨ ਮੂਵ ਕਰ ਰਹੇ ਨੇ, ਬਟ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਹੋਲਸ ਮੂਵ ਕਰ ਰਹੇ ਨੇ, ਠੀਕ ਹੈ। ਬਟ ਕਿਉਂਕਿ ਟੈਂਪਰੇਚਰ ਕਰਕੇ ਹੁੰਦਾ ਹੈ ਤੇ ਟੈਂਪਰੇਚਰ ਨਾਲ ਬਹੁਤ ਘੱਟ એનર્ਜੀ ਮਿਲਦੀ ਹੈ, ਇਸ ਕਰਕੇ ਜਿਹੜੀ ਟੋਟਲ એનર્ਜੀ ਹੈ, ਠੀਕ ਹੈ, ਉਹ ਬਹੁਤ ਹੀ ਘੱਟ ਹੁੰਦੀ ਹੈ। ਤਾਂ ਇਸ ਕਰਕੇ ਸੋ ਜਿਹੜੇ ਇੰਟ੍ਰਿੰਸਿਕ ਸੈਮੀਕੰਡਕਟਰਸ ਨੇ ਉਹਨਾਂ ਦੀ ਕੰਡਕਟਿਵਿਟੀ ਬਹੁਤ ਘੱਟ ਹੁੰਦੀ ਹੈ, ਠੀਕ ਹੈ। ਸੋ ਫਿਰ ਅਸੀਂ ਗੱਲ ਕਰਦੇ ਹਾਂ ਐਕਸਟ੍ਰਿੰਸਿਕ ਸੈਮੀਕੰਡਕਟਰਸ ਦੀ, ਕਿ ਕਿਉਂਕਿ ਉਹ ਕੰਡਕਟਿਵਿਟੀ ਘੱਟ ਹੈ ਬਟ ਅਸੀਂ ਉਹਨੂੰ ਵਧਾ ਸਕਦੇ ਹਾਂ, ਵੀ ਕੈਨ ਇਨਕਰੀਜ਼ ਦ ਕੰਡਕਟਿਵਿਟੀ। ਕਿਵੇਂ ਇਨਕਰੀਜ਼ ਕਰਦੇ ਹਾਂ, ਬਾਏ ਐਡਿੰਗ some suitable impurities, ठीक है। So we add impurities into the pure semiconductor. That process of adding impurities to a pure semiconductor, that is called doping. This is very important term, doping. What is doping? So doping is the process of adding impurities to a pure semiconductor. And why do we add the impurities? To increase the conductivity of semiconductors, ठीक है। So you can see कि doping ਦੇ ਵਿੱਚ ਕੋਈ ਅਸੀਂ 10 ਦੀ ਪਾਵਰ 7 ਐਟਮਸ ਦੇ ਵਿੱਚੋਂ ਕੋਈ ਇੱਕ ਐਟਮ ਜਿਹੜਾ ਉਹਨੂੰ ਰਿਪਲੇਸ ਕਰ ਦਿੰਦੇ ਆ ਇੰਪਿਓਰਿਟੀ ਦੇ ਨਾਲ, ਉਹਦੇ ਨਾਲ ਕੰਡਕਟਿਵਿਟੀ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈ। ਕਿਵੇਂ ਇਨਕਰੀਜ਼ ਹੁੰਦੀ ਹੈ, ਦੈਟ ਵੀ ਵਿਲ ਸੀ, ਬਟ depending upon ਕਿ ਅਸੀਂ ਕਿਸ ਤਰ੍ਹਾਂ ਦੀਆਂ impurities use ਕਰਦੇ ਹਾਂ। there are two types of extrinsic semiconductors, one is called N-type semiconductor, another one is called P-type semiconductor. First we will see the N-type semiconductors. N-type semiconductors ਕੀ ਹੈ, they tell you pure ਜਿਹੜੇ silicon, germanium ਹੈ 40th group ਨੂੰ belong ਕਰਦੇ ਆ। ਸੋ ਜਦੋਂ ਵੀ ਅਸੀਂ pure semiconductor ਜਿਹੜੇ silicon ਔਰ germanium ਦੇ ਵਿੱਚ pentavalent impurity ਜਿਹੜਾ 15th group ਹੈ phosphorus ਵਾਲਾ, ਜੇ ਅਸੀਂ ਉਹਦੇ ਤੋਂ ਕੋਈ ਐਟਮ ਜਿਹੜਾ ਉਹਨੂੰ ਪਾ ਦਿੰਦੇ ਆ, ਠੀਕ ਹੈ। When we add a pentavalent impurity, the 4 electrons, ਜੇ ਅਸੀਂ ਕੀਤਾ ਕਿ 1 out of 10 ਦੀ ਪਾਵਰ ਐਟਮ ਅਸੀਂ ਪਾਉਂਦੇ, ਠੀਕ ਹੈ। ਸੋ ਹੁਣ ਜਦੋਂ ਅਸੀਂ impurity ਪਾਈ ਤਾਂ ਇੱਕ ਫਾਸਫੋਰਸ ਦਾ ਐਟਮ ਹੈ, ਬਾਕੀ ਸਾਰੇ ਜਿਹੜੇ ਨੇ ਉਹ ਸਿਲੀਕਨ ਦਾ ਐਟਮ ਸੀ, ਠੀਕ ਹੈ। ਸੋ ਕੀ ਹੁੰਦਾ ਹੈ ਕਿ ਜਿਹੜੇ 4 ਇਲੈਕਟ੍ਰੋਨਸ ਨੇ ਉਹ ਤਾਂ ਆਸੇ ਪਾਸੇ 4 ਸਿਲੀਕਨ ਦੇ ਨਾਲ ਬੌਂਡ ਬਣਾ ਲੈਂਦੇ ਨੇ, ਜਿਹੜਾ 5ਵਾਂ ਇਲੈਕਟ੍ਰੋਨ ਹੁੰਦਾ ਹੈ ਦੈਟ ਇਜ਼ ਸੈਟ ਫ੍ਰੀ, ਠੀਕ ਹੈ। ਸੋ ਇਹੋ ਜਿਹੀ impurity ਐਡ ਕਰਨ ਦੇ ਨਾਲ ਕੀ ਹੋਇਆ, ਇੱਕ ਐਕਸਟਰਾ ਇਲੈਕਟ੍ਰੋਨ ਆ ਗਿਆ, ਠੀਕ ਹੈ। ਸੋ ਇਸ impurity ਨੂੰ ਅਸੀਂ ਕਹਿੰਦੇ ਹਾਂ ਡੋਨਰ impurity ਜਾਂ ਡੋਨਰ ਐਟਮਸ, ਠੀਕ ਹੈ। ਸੋ ਉਹਦੇ ਨਾਲ ਕੀ ਹੈ ਕਿ ਜਿਹੜੇ ਫ੍ਰੀ ਇਲੈਕਟ੍ਰੋਨਸ ਨੇ ਉਹਨਾਂ ਦਾ ਨੰਬਰ ਇਨਕਰੀਜ਼ ਹੋ ਜਾਂਦਾ ਹੈ, ਠੀਕ ਹੈ। ਸੋ ਅਸੀਂ ਕਹਿ ਦਿੰਦੇ ਹਾਂ these are called N-type semiconductors, but that certainly does not mean ਕਿ ਕ੍ਰਿਸਟਲ ਦੇ ਉੱਤੇ ਨੈਗੇਟਿਵ ਚਾਰਜ, ਕ੍ਰਿਸਟਲ ਨਿਊਟਰਲ ਹੀ ਹੈ, ਉਹਦੇ 'ਚ ਕੋਈ ਵੀ ਚਾਰਜ ਨਹੀਂ ਆਇਆ, ਠੀਕ ਹੈ। ਸਿਰਫ ਕੀ ਹੋਇਆ, ਇੱਕ ਐਕਸਟਰਾ ਇਲੈਕਟ੍ਰੋਨ ਜਿਹੜਾ ਉਹ ਐਡ ਹੋ ਗਿਆ, ਠੀਕ ਹੈ। ਸੋ ਉਹਨੂੰ ਅਸੀਂ ਜਿਹੜਾ ਹੈਗਾ N type semiconductor ਬੋਲ ਦਿੰਦੇ ਆ, ਠੀਕ ਹੈ। ਸੋ ਉਹਦੇ 'ਚ ਪਹਿਲੋਂ ਵੀ ਇਲੈਕਟ੍ਰੋਨਸ ਹੈਗੇ ਸੀਗੇ ਥਰਮਲ ਟੈਂਪਰੇਚਰ ਵਾਲੇ, ਜਿਨ੍ਹਾਂ ਨੂੰ ਅਸੀਂ ਥਰਮਲੀ ਜਨਰੇਟਿਡ ਇਲੈਕਟ੍ਰੋਨ ਹੋਲਸ ਕਹਿੰਦੇ ਆ, ਬਟ ਉਹਨਾਂ ਦਾ ਨੰਬਰ ਬਰਾਬਰ ਸੀਗਾ ਜਦੋਂ ਤੱਕ ਪਿਓਰ ਸੀਗੇ। ਜਦੋਂ ਅਸੀਂ N type impurity ਪਾਈ, ਪੈਂਟਾਵੈਲੈਂਟ impurity ਜਾਂ ਡੋਨਰ impurity ਪਾਈ, ਤਾਂ ਇਲੈਕਟ੍ਰੋਨਸ ਐਕਸਟਰਾ ਹੋ ਗਏ, ਠੀਕ ਹੈ। ਸੋ ਨੰਬਰ ਆਫ ਇਲੈਕਟ੍ਰੋਨਸ ਜ਼ਿਆਦਾ ਨੇ ਹੋਲਸ ਦੇ ਨਾਲੋਂ, ਸੋ ਇਲੈਕਟ੍ਰੋਨਸ ਨੂੰ ਅਸੀਂ ਕਹਿੰਦੇ ਹਾਂ ਮੈਜੋਰਿਟੀ ਕੈਰੀਅਰਸ ਐਂਡ ਹੋਲਸ ਆਰ ਕਾਲਡ ਮਾਈਨੋਰਿਟੀ ਕੈਰੀਅਰਸ, ਠੀਕ ਹੈ। ਸੋ ਜਿਹੜੇ ਇਹ ਚੀਜ਼ ਜਿਹੜੀ ਇੰਪੋਰਟੈਂਟ ਹੈ, ਇਹ ਜਿਹੜੇ ਸਾਡੇ ਸੈਮੀਕੰਡਕਟਰਸ ਹੁੰਦੇ ਨੇ ਉਹਦੇ ਵਿੱਚ 2 ਤਰ੍ਹਾਂ ਦੇ ਚਾਰਜ ਕੈਰੀਅਰਸ ਹੁੰਦੇ ਨੇ,
ठीक है। सो इलैक्ट्रॉन्स आर मेजोरिटी चार्ज कैरियर्स, होल्स आर माइनॉरिटी। पहलों भी इलैक्ट्रॉन ते होल सी बट उन्हां दा नंबर बराबर सी, बट क्यों? क्योंकि उत्थे एक एक्स्ट्रा इलैक्ट्रॉन ऐड हो गया। ठीक है, हेयर यू कैन सी इन द पिक्चर। ठीक है, कि सारे चार एटम्स ने सिलिकॉन दे या जर्मेनियम दे, ਉਹਦੇ 'ਚ ਅਸੀਂ ਪੈਂਟਾਵੈਲੈਂਟ ਇੰਪਿਓਰਿਟੀ ਪਾਤੀ ਜਿਹਦੇ ਕੋਲ 5 ਵੈਲੈਂਸ ਇਲੈਕਟ੍ਰॉन्स ਨੇ, ਉਹਨਾਂ ਚੋਂ 4 ਨੇ ਜਿਹੜਾ ਉਹ ਬੌਂਡ ਬਣਾ ਲੈਣਾ ਆਪਣੇ ਆਸੇ-ਪਾਸੇ ਤੇ 5th ਇਲੈਕਟ੍ਰॉन ਇਜ਼ ਫ੍ਰੀ। ਸੋ ਇੱਕ ਐਕਸਟਰਾ ਇਲੈਕਟ੍ਰॉन ਹੈ, ਚਾਰਜ ਜਿਹੜਾ ਉਹ ਕੋਈ ਨਹੀਂ ਹੈ। ਠੀਕ ਹੈ, ਓਵਰਆਲ ਜਿਹੜਾ ਉਹ ਨਿਊਟਰਲ ਹੀ ਹੈ। ਠੀਕ ਹੈ, ਸੋ ਜਿਹੜਾ ਹੈਗਾ ਸਾਡੇ ਕੋਲ n ਟਾਈਪ ਇਹ ਸੈਮੀਕੰਡਕਟਰਸ ਨੂੰ ਅਸੀਂ n ਟਾਈਪ ਸੈਮੀਕੰਡਕਟਰਸ ਕਹਿੰਦੇ ਹਾਂ। ਆਈ ਹੋਪ ਦਿਸ ਇਜ਼ ਕਲੀਅਰ। ਨੈਕਸਟ ਲੈਟ ਅਸ ਮੂਵ ਟੂ p। ਸੋ p ਟਾਈਪ ਸੈਮੀਕੰਡਕਟਰਸ ਦੇ ਵਿੱਚ ਕੀ ਹੈ ਕਿ ਜਿਹੜਾ ਸਾਡਾ ਸਿਲੀਕॉन ਜਾਂ ਜਰਮੇਨੀਅਮ ਹੈ 14th ਗਰੁੱਪ, ਅਸੀਂ ਉਹਦੇ ਵਿੱਚ 13th ਗਰੁੱਪ ਦੀਆਂ ਇੰਪਿਓਰਿਟੀਜ਼ ਜਿਹੜੀਆਂ ਐਡ ਕਰਦੇ ਹਾਂ ਜਾਂ ਉਹ ਐਟਮਸ ਐਡ ਕਰਦੇ ਹਾਂ ਜਿਨ੍ਹਾਂ ਕੋਲ 3 ਵੈਲੈਂਸ ਇਲੈਕਟ੍ਰॉन्स ਨੇ, ਟ੍ਰਾਈਵੈਲੈਂਟ ਇੰਪਿਓਰਿਟੀਜ਼ ਅਸੀਂ ਐਡ ਕਰਦੇ ਹਾਂ। ਠੀਕ ਹੈ, so when a pure semiconductor is doped with a trivalent impurity like boron, aluminium, indium, ठीक है, गैलियम, ਜਦੋਂ ਅਸੀਂ ਇਹ ਵਾਲੀਆਂ ਇੰਪਿਓਰਿਟੀਜ਼ ਪਾਉਂਦੇ ਹਾਂ, ਠੀਕ ਹੈ, ਤਾਂ ਕੀ ਹੁੰਦਾ ਸਾਡੇ ਕੋਲ, ਕਿਉਂਕਿ ਇਹਨਾਂ ਕੋਲ 3 ਹੀ ਵੈਲੈਂਸ ਇਲੈਕਟ੍ਰॉन्स ਨੇ, ਬਸ ਆਸੇ-ਪਾਸੇ ਸਾਰੇ ਹੀ ਸਿਲੀਕॉन ਜਾਂ ਜਰਮੇਨੀਅਮ 4 ਵੈਲੈਂਸ ਇਲੈਕਟ੍ਰॉन्स ਨੇ। ਠੀਕ ਹੈ, ਸੋ 3 ਇਲੈਕਟ੍ਰॉन्स ਤਾਂ ਉਹਨਾਂ ਨਾਲ ਬੌਂਡ ਬਣਾ ਲੈਂਦੇ ਨੇ ਤੇ ਚੌਥੇ ਬੌਂਡ ਦੇ ਵਿੱਚ ਇੱਕ ਜਗ੍ਹਾ ਖਾਲੀ ਬਚ ਜਾਂਦੀ ਹੈ। ਠੀਕ ਹੈ, ਸੋ ਉੱਥੇ ਸਾਡੇ ਕੋਲ ਜਿੱਥੇ ਇਲੈਕਟ੍ਰॉन ਦੀ ਇੱਕ ਵੈਕੈਂਸੀ ਹੈ ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ, ਹੋਲ। ਠੀਕ ਹੈ, ਸੋ ਦਿਸ ਲੀਵਸ ਐਨ ਐਬਸੈਂਸ ਆਫ ਹੋਲ ਇਲੈਕਟ੍ਰॉन दैट इज एन होल इन द impurity। ठीक है, तो क्योंकि ਇੱਥੇ ਇਲੈਕਟ੍ਰॉन ਆ ਸਕਦਾ ਹੈ, ਇਹ impurity ਇਲੈਕਟ੍ਰॉन ਨੂੰ ਲੈ ਸਕਦੀ ਹੈ, these are called acceptor impurities। ਠੀਕ ਹੈ, ਤੇ ਜਿਹੜਾ ਸੈਮੀਕੰਡਕਟਰ ਬਣਿਆ those are called p type semiconductors। ਸੋ ਜਿੰਨੀਆਂ p ਟਾਈਪ ਦੇ ਵਿੱਚ ਅਸੀਂ ਇੰਪਿਓਰਿਟੀਜ਼ ਪਾਵਾਂਗੇ ਉਨੀਆਂ ਉਹਦੇ ਵਿੱਚ ਹੋਲਸ ਜਿਹੜੀਆਂ ਉਹ ਜ਼ਿਆਦਾ ਹੋਣਗੀਆਂ, ਕਿਉਂਕਿ ਨੰਬਰ ਆਫ ਹੋਲਸ ਜ਼ਿਆਦਾ। ਠੀਕ ਹੈ, ਇਸ ਕਰਕੇ ਅਸੀਂ ਉਹਨੂੰ p ਟਾਈਪ ਸੈਮੀਕੰਡਕਟਰ ਕਹਿੰਦੇ ਹਾਂ, ਪਰ ਓਵਰਆਲ ਜਿਹੜਾ ਸੈਮੀਕੰਡਕਟਰ ਹੈ ਉਹ ਨਿਊਟਰਲ ਹੀ ਹੈ। ਕੀਪ ਦਿਸ ਇਨ ਯੂਰ ਮਾਈਂਡ। ਠੀਕ ਹੈ, ਚਾਰਜ ਕੋਈ ਨਹੀਂ ਆਇਆ। ਠੀਕ ਹੈ, ਸੋ ਇਟ ਇਜ਼ ਅ p ਟਾਈਪ ਸੈਮੀਕੰਡਕਟਰ, ਕ੍ਰਿਸਟਲ ਐਜ਼ ਅ ਹੋਲ ਇਜ਼ ਨਿਊਟਰਲ। ਠੀਕ ਹੈ, ਸੋ ਹੋਲਸ ਦਾ ਨੰਬਰ ਜ਼ਿਆਦਾ ਹੈ, ਇਸ ਕਰਕੇ p ਟਾਈਪ ਦੇ ਵਿੱਚ ਹੋਲਸ ਮੈਜੋਰਿਟੀ ਕੈਰੀਅਰਸ, minority charge carriers। Here you can see in the diagram। ਠੀਕ ਹੈ, ਕਿ ਸਿਲੀਕॉन ਦੇ ਐਟਮ ਨੇ, ਚਾਰ ਐਟਮਸ ਬੌਂਡ ਬਣਾ ਰਹੇ ਨੇ ਨੇਬਰਿੰਗ ਐਟਮ ਨਾਲ, ਪਰ ਜਦੋਂ ਅਸੀਂ ਉਹਦੇ ਵਿੱਚ ਬੋਰੋਨ ਐਡ ਕਰ ਦਿੱਤਾ ਤਾਂ ਬੋਰਨ ਕੋਲ ਸਿਰਫ ਕਿੰਨੇ ਨੇ, 3 ਇਲੈਕਟ੍ਰॉन। ਸੋ ਇੱਕ ਨੇ ਇੱਥੇ ਸਿਲੀਕॉन ਨਾਲ ਬੌਂਡ ਬਣਾ ਲਿਆ, ਦੂਜੇ ਨੇ ਇੱਥੇ ਬਣਾ ਲਿਆ, ਤੀਜੇ ਨੇ ਇੱਥੇ ਬਣਾ ਲਿਆ, ਪਰ ਇਹ ਜਿਹੜਾ ਚੌਥਾ ਸਾਈਡ ਤੇ ਸਿਲੀਕॉन ਹੈ ਉਹਦੇ ਨਾਲ ਬੌਂਡ ਬਣਾਉਣ ਲਈ ਇੱਥੇ ਇੱਕ ਇਲੈਕਟ੍ਰॉन ਨਹੀਂ ਹੈਗਾ, ਉੱਥੇ ਇੱਕ ਡੈਫੀਸ਼ੀਐਂਸੀ ਆਫ ਇਲੈਕਟ੍ਰॉन ਆ ਗਈ ਜਿਹਨੂੰ ਕਿ ਅਸੀਂ ਹੋਲ ਕਹਿੰਦੇ ਹਾਂ। ठीक है, so number of holes are more in p type semiconductor। okay, is this clear? So next we quickly revise the difference between intrinsic and extrinsic semiconductors। ठीक है, so ਉਹਨਾਂ ਦਾ difference ਕੀ ਹੈ ਕਿ intrinsic ਜਿਹੜਾ ਉਹ pure semiconductor ਹੈ। ठीक है, intrinsic means pure। ठीक है, so pure semiconductor ਹੈ, ਜਦੋਂ ਅਸੀਂ ਉਹਦੇ ਚ impurities ਪਾ ਦਿੱਤੇ ਹਾਂ ਤਾਂ ਉਹ extrinsic semiconductor ਹੋ ਗਿਆ। Intrinsic ਦੇ ਵਿੱਚ number of electrons is equal to number of holes, or we can say density of electrons is equal to holes, but in extrinsic semiconductor they are not equal। ठीक है, एक ਜਿਹੜਾ ਉਹ ਜ਼ਿਆਦਾ ਹੋਏਗਾ, ਦੂਜਾ ਘੱਟ ਹੋਏਗਾ। Intrinsic semiconductor ਦੀ conductivity ਘੱਟ ਹੁੰਦੀ ਹੈ, but extrinsic semiconductor has high electrical conductivity। ਠੀਕ ਹੈ, so intrinsic semiconductor ਦੇ ਵਿੱਚ ਜਿਹੜੀ conductivity ਹੈ that changes only due to temperature, so it is dependent upon temperature only, while extrinsic semiconductor ਦੇ ਵਿੱਚ ਜਿਹੜੀ conductivity ਹੈ ਉਹ temperature ਤੇ depend ਕਰਦੀ ਹੀ ਹੈ, but ਨਾਲ ਦੀ ਨਾਲ depend ਕਰਦੀ ਹੈ ਕਿ impurities ਕਿੰਨੀਆਂ ਪਾਈਆਂ ਨੇ। more the number of impurities, more is the conductivity of extrinsic semiconductor। ਠੀਕ ਹੈ, intrinsic semiconductor 'ਚ ਕੋਈ ਵੀ impurities ਨਹੀਂ ਹੁੰਦੀਆਂ, ਬਲਕਿ extrinsic ਦੇ ਵਿੱਚ trivalent ਜਾਂ pentavalent impurities ਹੁੰਦੀਆਂ ਨੇ। ठीक है, ਉਹਦੇ dependent p type ਜਾਂ n type semiconductor। so next p और n type semiconductor ਦੇ ਕੀ differences ਨੇ। ठीक है, so p type semiconductors is formed due to doping of 3rd group elements और 13th group elements। ठीक है, बोरोन, ਐਲੂਮੀਨੀਅਮ ਵਰਗੇ ਐਲੀਮੈਂਟਸ ਜਦੋਂ ਅਸੀਂ ਐਡ ਕਰਦੇ ਹਾਂ ਇੰਪਿਓਰਿਟੀਜ਼ ਤਾਂ p type semiconductors ਬਣਦੇ ਨੇ, ਬਟ ਜਦੋਂ 5th ਗਰੁੱਪ ਜਾਂ 15th ਗਰੁੱਪ ਦੇ ਐਟਮ ਜਿਹੜੇ ਨੇ ਉਹ ਐਡ ਕਰ ਦਿੰਦੇ ਹਾਂ ਅਸੀਂ, ਲਾਈਕ ਫਾਸਫੋਰਸ, ਆਰਸੈਨਿਕ, ਐਂਟੀਮਨੀ, ਬਿਸਮਥ। ਠੀਕ ਹੈ, ਤਾਂ ਉਦੋਂ ਜਿਹੜੇ ਬਣਦੇ ਨੇ ਸਾਡੇ ਕੋਲ ਉਹ n type semiconductors ਹੁੰਦੇ ਨੇ। ਠੀਕ ਹੈ,
ਸੋ ਟ੍ਰਾਈਵੈਲੈਂਟ ਸੈਮੀਕੰਡਕਟਰਸ ਵੀ ਕਹਿੰਦੇ ਆ ਅਸੀਂ ਪੀ ਟਾਈਪ ਨੂੰ, ਐਨ ਟਾਈਪ ਨੂੰ ਟ੍ਰਾਈਵੈਲੈਂਟ ਸੈਮੀਕੰਡਕਟਰਸ ਕਹਿੰਦੇ ਆ। ਠੀਕ ਹੈ, ਪੀ ਟਾਈਪ ਸੈਮੀਕੰਡਕਟਰਸ ਦੇ ਵਿੱਚ ਇੱਕ ਇਲੈਕਟ੍ਰੋਨ ਦੀ ਕਮੀ ਹੈ। ਠੀਕ ਹੈ, ਸੋ ਪੋਜ਼ਿਟਿਵ ਟਾਈਪ ਸੈਮੀਕੰਡਕਟਰ ਜਾਂ ਨੈਗੇਟਿਵ ਟਾਈਪ ਅਸੀਂ ਕਹਿੰਦੇ ਆ। ਦੈਟ ਮੀਨਸ here there is deficiency of electrons, ਕੋਈ ਇਹ ਨਹੀਂ ਕਿ ਉਹਦੇ ਤੇ ਪੋਜ਼ਿਟਿਵ ਚਾਰਜ ਹੈ ਜਾਂ ਨੈਗੇਟਿਵ ਚਾਰਜ ਹੈ। ਪੀ ਟਾਈਪ ਦੇ ਵਿੱਚ ਡੈਫੀਸ਼ੀਐਂਸੀ ਆਫ ਇਲੈਕਟ੍ਰॉन्स ਹੈ, ਹੋਲਸ ਜ਼ਿਆਦਾ ਨੇ। ਠੀਕ ਹੈ, ਐਨ ਟਾਈਪ ਦੇ ਵਿੱਚ ਇਲੈਕਟ੍ਰॉन्स ਜ਼ਿਆਦਾ ਨੇ। ਠੀਕ ਹੈ, ਸੋ ਪੀ ਟਾਈਪ ਦੇ ਹੋਲਸ ਮੈਜੋਰਿਟੀ ਚਾਰਜ ਕੈਰੀਅਰਸ ਨੇ, ਇਲੈਕਟ੍ਰॉन्स ਮਾਈਨੋਰਿਟੀ ਚਾਰਜ ਕੈਰੀਅਰਸ ਨੇ। ਐਨ ਟਾਈਪ ਦੇ ਇਲੈਕਟ੍ਰॉन्स ਜਿਹੜੇ ਨੇ ਉਹ ਮੈਜੋਰਿਟੀ ਨੇ ਤੇ ਹੋਲਸ ਜਿਹੜੇ ਨੇ ਉਹ ਮਾਈਨੋਰਿਟੀ ਚਾਰਜ ਕੈਰੀਅਰਸ ਨੇ। ਠੀਕ ਹੈ, ਸੋ ਜਿਹੜੇ ਨੰਬਰ ਆਫ ਹੋਲਸ ਨੇ ਉਹ ਜ਼ਿਆਦਾ ਨੇ ਪੀ ਟਾਈਪ ਦੇ ਵਿੱਚ, ਉਹਦੇ ਵਿੱਚ ਇਲੈਕਟ੍ਰॉन्स ਜਿਹੜੇ ਨੇ ਉਹ ਜ਼ਿਆਦਾ ਨੇ। ਠੀਕ ਹੈ, ਸੋ ਓਵਰਆਲ ਚਾਹੇ ਪੀ ਟਾਈਪ ਹੈ ਚਾਹੇ ਐਨ ਟਾਈਪ ਹੈ, ਦੋਨੋਂ ਹੀ ਨਿਊਟਰਲ ਹੁੰਦੇ ਨੇ, ਉਹਨਾਂ ਦੇ ਉੱਪਰ ਚਾਰਜ ਕੋਈ ਨਹੀਂ ਹੈ। ਠੀਕ ਹੈ, ਸੋ ਓਵਰਆਲ ਦਾ ਕ੍ਰਿਸਟਲ ਔਰ ਦਾ ਐਟਮ ਇਜ਼ ਨਿਊਟਰਲ। ਓਕੇ, ਸੋ ਇਹ ਡਿਫਰੈਂਸਿਸ ਜਿਹੜੇ ਇਹਨਾਂ ਨੂੰ ਨੋਟ ਡਾਊਨ ਕਰ ਲੈਣਾ ਹੈ। ਸੋ ਨੈਕਸਟ ਆ ਜਾਂਦਾ ਸਾਡੇ ਕੋਲ ਸੈਮੀਕੰਡਕਟਰਸ ਦੀ ਕੰਡਕਟਿਵਿਟੀ। ਠੀਕ ਹੈ, ਸੋ ਕੰਡਕਟਿਵਿਟੀ ਇਲੈਕਟ੍ਰॉन्स ਤੇ ਹੋਲਸ ਦੋਨਾਂ ਦੇ ਕਰਕੇ ਆ। ਠੀਕ ਹੈ, ਅਸੀਂ ਜਿਹੜਾ ਸੈਕਿੰਡ ਯੂਨਿਟ ਦੇ ਵਿੱਚ ਰਿਲੇਸ਼ਨਸ ਕੀਤੇ ਸੀ ਡ੍ਰਿਫਟ ਵੈਲੋਸਿਟੀ ਦੇ, ਉੱਥੋਂ ਸਾਡੇ ਕੋਲ ਆਉਂਦੀ ਹੈ। ਠੀਕ ਹੈ, ਕਿ ਜੇ ਸਪੋਜ਼ ਹੋਲਸ ਦੀ ਮੋਬਿਲਿਟੀ ਜਿਹੜੀ ਉਹ ਮਿਊ ਐਚ ਹੈ, ਇਲੈਕਟ੍ਰॉन्स ਦੀ ਜਿਹੜੀ ਹੈਗੀ ਹੈ ਉਹ ਮਿਊ ਈ ਹੈ। ਠੀਕ ਹੈ, ਔਰ ਡ੍ਰਿਫਟ ਵੈਲੋਸਿਟੀ ਵੀ ਐਚ ਹੈ ਜਾਂ ਵੀ ਈ ਹੈ। ਠੀਕ ਹੈ, ਸੋ ਜਿਹੜੀ ਹੋਲਸ ਦੀ ਜਿਹੜੀ ਕਰੰਟ ਡੈਂਸਿਟੀ ਉਹ ਆ ਜਾਏਗੀ ਸਾਡੇ ਕੋਲ ਚਾਰਜ ਹੋਲ ਦੇ ਉੱਪਰ ਉਨਾ ਹੀ ਹੈ ਜਿੰਨਾ ਇਲੈਕਟ੍ਰॉन ਦੇ ਉੱਪਰ ਹੈ। ਠੀਕ ਹੈ, ਮਲਟੀਪਲਾਈਡ ਬਾय ਉਹਦੀ ਡੈਂਸਿਟੀ ਮਲਟੀਪਲਾਈਡ ਬਾय ਡ੍ਰਿਫਟ ਵੈਲੋਸਿਟੀ ਆਫ ਹੋਲਸ। ਠੀਕ ਹੈ, ਇਲੈਕਟ੍ਰॉन्स ਦੀ ਜਿਹੜੀ ਹੈ ਉਹ ਸੇਮ ਆ ਜਾਏਗੀ। ਠੀਕ ਹੈ, ਸੋ ਜਦੋਂ ਅਸੀਂ ਉਹਨਾਂ ਨੂੰ ਜਿਹੜਾ ਕਰੰਟ ਹੈ, ਟੋਟਲ ਕਰੰਟ ਹੈ, ਦੈਟ ਇਜ਼ ਡਿਊ ਟੂ ਹੋਲਸ ਐਜ਼ ਵੈਲ ਐਜ਼ ਡਿਊ ਟੂ ਇਲੈਕਟ੍ਰॉन्स। ਠੀਕ ਹੈ, ਸੋ ਟੋਟਲ ਜਿਹੜੀ ਡ੍ਰਿਫਟ ਵੈਲੋਸਿਟੀ ਹੈ ਸਾਡੇ ਕੋਲ ਉਹ ਫਿਰ ਐਡ ਅਪ ਹੋ ਜਾਂਦੀ ਹੈ। ਠੀਕ ਹੈ, J is equal to JH plus JE। ਠੀਕ ਹੈ, ਉੱਥੇ ਅਸੀਂ ਇਹ ਵੈਲਿਊ ਸਬਸਟੀਟਿਊਟ ਕਰ ਦਿੰਦੇ ਹਾਂ। ਠੀਕ ਹੈ, ਸੋ ਇਹਨਾਂ ਦੇ ਵਿੱਚ ਡ੍ਰਿਫਟ ਵੈਲੋਸਿਟੀ ਜਿਹੜੀ VH ਹੈ ਉਹ ਅਸੀਂ ਕੀਤਾ ਸੀਗਾ ਉੱਥੇ ਰਿਲੇਸ਼ਨ ਡ੍ਰਿਫਟ ਵੈਲੋਸਿਟੀ ਇਨ ਟਰਮਸ ਆਫ mobility is drift velocity per unit electric field। so instead of VH and VE ਸਾਡੇ ਕੋਲ ਜਿਹੜਾ ਉਹ ਕੀ ਆ ਜਾਂਦਾ, ਸਾਡੇ ਕੋਲ ਆ ਜਾਂਦਾ mu H into E plus mu E into E। ਠੀਕ ਹੈ, ਸੋ ਜਿਹੜੇ ਕਾਮਨ ਫੈਕਟਰਸ ਨੇ ਚਾਰਜ ਔਨ ਇਲੈਕਟ੍ਰॉन ਐਂਡ ਟੋਟਲ ਇਲੈਕਟ੍ਰਿਕ ਫੀਲਡ ਉਹਨੂੰ ਅਸੀਂ ਬਾਹਰ ਲੈ ਲੈਂਦੇ ਹਾਂ। ਠੀਕ ਹੈ, ਸੋ ਇਹ ਜਿਹੜੀ ਬ੍ਰੈਕਟ ਵਾਲੀ ਟਰਮ ਹੈ। ਠੀਕ ਹੈ, ਸੋ ਟੋਟਲ ਨੂੰ ਅਸੀਂ J ਨੂੰ ਲਿਖ ਦਿੰਦੇ ਹਾਂ, J ਕਰੰਟ ਡੈਂਸਿਟੀ ਇਜ਼ ਇਕੁਅਲ ਟੂ ਸਿਗਮਾ E। ਠੀਕ ਹੈ, ਸੋ ਇਹ ਜਿਹੜੀ ਸਾਰੀ ਟਰਮ ਹੈ P number of holes multiplied by mobility of holes plus number of electrons multiplied by mobility of electrons into charge on electron। ਇਹ ਜਿਹੜੀ ਟੋਟਲ ਟਰਮ ਹੈ that is called conductivity of semiconductors। ਠੀਕ ਹੈ, ਸੋ ਇਹ conductivity ਦਾ expression ਆ ਜਾਂਦਾ। conductivity of semiconductors depends upon mobility of both holes and electrons and number of holes and number of electrons, ਦੋਨਾਂ ਚੀਜ਼ਾਂ ਦੇ ਉੱਤੇ depend ਕਰਦੀ ਹੈ। ਠੀਕ ਹੈ, so N is magnitude of electron concentration and P is magnitude of hole concentration। ਠੀਕ ਹੈ, ਸੋ ਇਹ ਸਾਡੇ ਕੋਲ semiconductors ਦੀ conductivity ਆ ਜਾਂਦੀ ਹੈ। ਨੈਕਸਟ ਅਸੀਂ ਦੇਖਦੇ ਹਾਂ ਕਿ semiconductors ਦੀ conductivity ਟੈਂਪਰੇਚਰ ਦੇ ਨਾਲ ਕਿਵੇਂ ਚੇਂਜ so that is how does conductivity varies with temperature। ठीक है, so pure semiconductor ਦੇ ਵਿੱਚ number of holes ਤੇ electrons ਬਰਾਬਰ ਨੇ। ਠੀਕ ਹੈ, so ਜਿਵੇਂ ਜਿਵੇਂ temperature ਵਧੇਗਾ
ठीक है उमें उमें इलैक्ट्रॉन होल पेयर्स ਜਿਹੜੇ ਨੇ ਉਹ ਵੱਧਦੇ ਜਾਣਗੇ so that means that conductivity increases with increase in temperature ठीक है but ਉਹ ਜਿਹੜਾ ਰਿਲੇਸ਼ਨ ਹੈ ਉਹ ਕਿਵੇਂ ਹੁੰਦਾ ठीक है that is varies according to this relation ni square is a naught t cube exponential minus ego upon k t ठीक है so ਜਿਹੜੀ temperature ਦੇ ਨਾਲ variation ਹੈ ठीक है as you can see exponential eg is the energy gap ठीक है so ਜਿਹੜੀ वेरिएशन है नंबर ऑफ होल्स या नंबर ऑफ इलैक्ट्रॉन्स की ਜਿਹਦੇ ਤੋਂ ਦੀ ਕੰਡਕਟਿਵਿਟੀ ਆਏਗੀ that varies with temperature ठीक है so the concentration of charge carriers varies exponentially it increases exponentially with increase in temperature this is the property that makes it very different ਕਿ ਜਿਹੜੇ ਸੈਮੀਕੰਡਕਟਰਸ ਹੁੰਦੇ ਨੇ ਉਹਨਾਂ ਦਾ ਟੈਂਪਰੇਚਰ ਕੋਫੀਸ਼ੀਐਂਟ ਜਿਹੜਾ ਉਹ ਪੋਜ਼ਿਟਿਵ ਹੁੰਦਾ ਠੀਕ ਹੈ ਉਹਨਾਂ ਦੇ ਟੈਂਪਰੇਚਰ ਵਧਣ ਦੇ ਨਾਲ कंडक्टिविटी ਵੱਧਦੀ ਹੈ सॉरी मैं पॉजिटिव क्या नो दे हैव नेगेटिव टेंपरेचर कोफिशिएंट ऑफ रेजिस्टेंस ठीक है रेजिस्टेंस ਜਿਹੜੀ ਉਹ ਟੈਂਪਰੇਚਰ ਵਧਣ ਦੇ ਨਾਲ ਘਟਦੀ ਹੈ ਕੰਡਕਟਿਵਿਟੀ ਜਿਹੜੀ ਉਹ ਵੱਧਦੀ ਹੈ ਠੀਕ ਹੈ so that's all I have for you for today we'll discuss the next part in the next topic thank you hope you understood so